ਹੈਲੋ एवरीवन स्वागत है ਤੁਹਾਡਾ ਆਪਣੇ YouTube ਚੈਨਲ ਤਰੀਕੇ ਲਰਨਿੰਗ ਤੇ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੀ ਪ੍ਰਿਪਰੇਸ਼ਨ ਸਹੀ ਢੰਗ ਨਾਲ ਕਰ ਰਹੇ ਹੋਵੋਗੇ। ਤਾਂ ਅੱਜ ਆਪਾਂ ਜਿਹੜੀ ਇਸ ਵੀਡੀਓ ਦੇ ਵਿੱਚ ਟੌਪਿਕ ਕਵਰ ਕਰਾਂਗੇ ਉਹ ਆਪਣਾ ਟੀਚਿੰਗ ਲਰਨਿੰਗ ਪ੍ਰੋਸੈਸ ਹੋਏਗਾ, ਜਿਹੜਾ ਆਪਣੇ ਸਿਲੇਬਸ ਦੇ ਵਿੱਚ ਪਾਰਟ ਦਿੱਤਾ ਹੋਇਆ ਹੈ, ਜਿਹਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਿ ਹਾਊ ਟੂ ਟੀਚਿੰਗ ਦੇ ਕਿਹੜੇ ਪ੍ਰੋਸੈਸਿਸ ਹੁੰਦੇ ਆ, ਆਡੀਓ ਵਿਜ਼ੂਅਲ ਏਡਸ ਕਿਹੜੇ ਹੁੰਦੇ ਹੈ। ਬੇਸਿਕਲੀ ਇਹ ਟੀਚਿੰਗ ਜਿਹੜਾ ਪੋਟੈਂਸ਼ੀਅਲ ਟੈਸਟ ਆਪਣਾ ਪੇਪਰ ਦੇ ਵਿੱਚ 15 ਮਾਰਕਸ ਦਾ ਆਉਣਾ ਹੈ, ਉਹਨੂੰ ਕਵਰ ਕਰਦੇ ਹੋਏ ਆਪਾਂ ਅੱਜ ਟੌਪਿਕ ਸ਼ੁਰੂ ਕਰਾਂਗੇ। ਇਹ ਆਪਣੇ ਸਿਲੇਬਸ ਦਾ ਸੈਕਿੰਡ ਟੌਪਿਕ ਰਹੇਗਾ, ਟੀਚਿੰਗ ਲਰਨਿੰਗ ਪ੍ਰੋਸੈਸ। ਠੀਕ ਹੈ ਜੀ, ਤਾਂ ਸਟਾਰਟ ਕਰਦੇ ਹਾਂ। ਇਹ ਸਟਾਰਟ ਕਰਨ ਤੋਂ ਪਹਿਲਾਂ ਅਗਰ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਤਾਂ ਕਿ ਬਾਕੀ ਪਰਸਨਸ ਤੱਕ ਇਹ ਵੀਡੀਓ ਪਹੁੰਚ ਸਕੇ। ਤਾਂ ਟੀਚਿੰਗ ਲਰਨਿੰਗ ਪ੍ਰੋਸੈਸ ਐਕਚੁਅਲ ਦੇ ਵਿੱਚ ਕੀ ਹੁੰਦਾ ਹੈ, ਇਹਦੇ ਵਿੱਚ ਇੰਪਾਰਟ ਹੁੰਦਾ ਹੈ, ਯਾਨੀ ਕਿ ਆਦਾਨ ਪ੍ਰਦਾਨ ਹੁੰਦਾ ਹੈ ਕਿਸੇ ਵੀ ਸਕਿੱਲ ਦਾ, ਕਿਸੇ ਵੀ ਬਿਹੇਵੀਅਰ ਦਾ, ਨੌਲੇਜ ਦਾ, ਵੈਲਿਊਜ਼ ਦਾ, ਮੋਰਲ ਵੈਲਿਊਜ਼ ਦਾ। ਤਾਂ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਨੇ ਆਪਾਂ ਕੀ ਕਰਦੇ ਹਾਂ, ਆਦਾਨ ਪ੍ਰਦਾਨ ਕਰਦੇ ਹਾਂ। ਇਹਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਟੀਚਿੰਗ ਜਿਹੜੀ ਆ ਉਹ ਦੋ ਤਰੀਕਿਆਂ ਦੀ ਹੁੰਦੀ ਹੈ। ਸਭ ਤੋਂ ਪਹਿਲਾਂ ਬਾਈਪੋਲਰ ਅਤੇ ਫਿਰ ਹੁੰਦੀ ਹੈ ਟਰਾਈਪੋਲਰ। ਬਾਈਪੋਲਰ ਦਾ ਮਤਲਬ ਕੀ ਹੁੰਦਾ ਹੈ, ਇਹਦੇ ਵਿੱਚ ਇੱਕ ਟੀਚਰ ਹੋਏਗਾ ਅਤੇ ਇੱਕ ਸਟੂਡੈਂਟ ਹੋਏਗਾ। ਅਤੇ ਟਰਾਈਪੋਲਰ ਦਾ ਮਤਲਬ ਹੁੰਦਾ ਹੈ ਕਿ ਟੀਚਰ, ਸਟੂਡੈਂਟ ਅਤੇ ਕਰੀਕੁਲਮ ਤਿੰਨ ਚੀਜ਼ਾਂ ਹੋਣਗੀਆਂ। ਬਾਈਪੋਲਰ ਦੀ ਗੱਲ ਕਿਹਨਾਂ ਨੇ ਕੀਤੀ ਸੀਗੀ? ਐਡਮ ਨੇ ਕੀਤੀ ਸੀਗੀ ਬਾਈਪੋਲਰ ਦੀ ਗੱਲ, ਅਤੇ ਟਰਾਈਪੋਲਰ ਦੀ ਗੱਲ ਕੀਤੀ ਸੀਗੀ ਜੌਨ ਡੇਵੀ ਦੀ। ਠੀਕ ਹੈ ਜੀ, ਤਾਂ ਜੌਨ ਡੇਵੀ ਅਤੇ ਐਡਮ ਕੌਣ ਸੀਗੇ? ਇੱਕ ਤਰ੍ਹਾਂ ਦੇ ਇਹ ਸਾਈਕੋਲੋਜਿਸਟ ਹੀ ਸੀਗੇ, ਜਿਨ੍ਹਾਂ ਨੂੰ ਆਪਾਂ ਫਰਦਰ ਅੱਗੇ ਡਿਸਕਸ ਕਰਾਂਗੇ ਇਨ ਡਿਟੇਲ। ਬਟ ਸਟਿਲ ਫਿਲਹਾਲ ਆਪਾਂ ਇਹ ਜਾਣਾਂਗੇ ਕਿ ਜਿਹੜਾ ਟੀਚਿੰਗ ਹੈ ਉਹ ਕੀ ਹੈ, ਬਾਈਪੋਲਰ ਹੋ ਸਕਦਾ ਹੈ, ਟਰਾਈਪੋਲਰ ਹੁੰਦਾ ਹੈ। ਬਾਈਪੋਲਰ ਦਾ ਮਤਲਬ ਕੀ ਹੈ? ਟੀਚਰ ਅਤੇ ਸਟੂਡੈਂਟ ਦਾ ਹੋਣਾ। ਅਤੇ ਟਰਾਈਪੋਲਰ ਦਾ ਮਤਲਬ ਹੁੰਦਾ ਹੈ ਟੀਚਰ, ਸਟੂਡੈਂਟ ਅਤੇ ਕਰੀਕੁਲਮ ਦਾ ਹੋਣਾ। ਯਾਨੀ ਕਿ ਕਰੀਕੁਲਮ ਦਾ ਮਤਲਬ ਕੀ, ਉਹ ਸਾਰੀਆਂ ਐਕਟੀਵਿਟੀਜ਼ ਹੋਣਗੀਆਂ ਜੋ ਵੀ ਆਪਾਂ ਸਕੂਲ ਦੇ ਵਿੱਚ ਕਰਦੇ ਹਾਂ। ਇਹ ਐਕਟੀਵਿਟੀਜ਼ ਸਕੂਲਿਸਟਿਕ ਵੀ ਹੋ ਸਕਦੀਆਂ ਨੇ, ਕੋ ਸਕੂਲਿਸਟਿਕ ਵੀ ਹੋ ਸਕਦੀਆਂ ਹਨ। ਠੀਕ ਹੈ, ਫਿਰ ਅੱਗੇ ਗੱਲ ਕਰਦੇ ਹਾਂ ਫੈਕਟਰ ਇਨ ਟੀਚਿੰਗ ਲਰਨਿੰਗ ਪ੍ਰੋਸੈਸ। ਕਿਹੜੇ ਫੈਕਟਰਸ ਨੇ ਟੀਚਿੰਗ ਲਰਨਿੰਗ ਪ੍ਰੋਸੈਸ ਦੇ ਵਿੱਚ? ਤਾਂ ਤਿੰਨ ਫੈਕਟਰ ਆਉਂਦੇ ਆ। ਸਭ ਤੋਂ ਪਹਿਲਾਂ ਇੰਡੀਪੈਂਡੈਂਟ ਫੈਕਟਰ, ਫਿਰ ਇੰਟਰਵਿਨਿੰਗ ਫੈਕਟਰ, ਫਿਰ ਆਉਂਦਾ ਹੈ ਡਿਪੈਂਡੈਂਟ ਫੈਕਟਰ। ਇੰਟਰਵਿਨਿੰਗ ਕਿਹੜੇ ਹੁੰਦੇ ਆ? ਇਨਵਾਇਰਮੈਂਟ, ਯਾਨੀ ਕਿ ਜਿਹਦੇ ਵਿੱਚ ਰਹਿ ਕੇ ਟੀਚਰ ਅਤੇ ਸਟੂਡੈਂਟ ਨੇ ਕੰਮ ਕਰਨਾ ਹੈ। ਇੰਡੀਪੈਂਡੈਂਟ ਟੀਚਰ ਇੰਡੀਪੈਂਡੈਂਟ ਹੁੰਦਾ ਹੈ, ਅਤੇ ਡਿਪੈਂਡੈਂਟ ਕੌਣ ਹੁੰਦਾ ਹੈ? ਸਟੂਡੈਂਟ। ਡਿਪੈਂਡੈਂਟ ਫੈਕਟਰ ਕਿਹਦੇ 'ਤੇ ਹੁੰਦਾ ਹੈ? ਇੰਡੀਪੈਂਡੈਂਟ 'ਤੇ, ਕਿਉਂਕਿ ਸਟੂਡੈਂਟ ਕਿਹਦੇ 'ਤੇ ਡਿਪੈਂਡ ਰਹਿੰਦਾ ਹੈ? ਟੀਚਰ 'ਤੇ ਡਿਪੈਂਡੈਂਟ ਹੁੰਦਾ ਹੈ। ਫਿਰ ਅੱਗੇ ਗੱਲ ਕਰਦੇ ਹਾਂ ਟੀਚਿੰਗ ਦੇ ਫੇਸ ਕੀ ਨੇ। ਟੀਚਿੰਗ ਦੇ ਫੇਸ ਤਿੰਨ ਤਰ੍ਹਾਂ ਦੇ ਫੇਸ ਹੁੰਦੇ ਹੈ। ਮਤਲਬ ਜਦੋਂ ਵੀ ਆਪਾਂ ਟੀਚਿੰਗ ਕਰਨੀ ਹੁੰਦੀ ਹੈ ਤਾਂ ਤਿੰਨ ਤਰ੍ਹਾਂ ਦੇ ਫੇਜ਼ਿਸ ਦੇ ਵਿੱਚੋਂ ਆਪਾਂ ਨੂੰ ਨਿਕਲਣਾ ਪੈਂਦਾ ਹੈ। ਸਭ ਤੋਂ ਪਹਿਲਾ ਫੇਜ਼ ਆਉਂਦਾ ਹੈ ਪ੍ਰੀ ਐਕਟਿਵ ਫੇਜ਼, ਯਾਨੀ ਕਿ ਜਦੋਂ ਅਸੀਂ ਪੜ੍ਹਾ ਰਹੇ ਹਾਂ, ਪੜ੍ਹਾਉਣ ਤੋਂ ਪਹਿਲਾਂ, ਕਲਾਸ ਦੇ ਵਿੱਚ ਜਾਣ ਤੋਂ ਪਹਿਲਾਂ ਦਾ ਜਿਹੜਾ ਫੇਜ਼ ਹੈ ਉਹਨੂੰ ਆਪਾਂ ਪ੍ਰੀ ਐਕਟਿਵ ਫੇਜ਼ ਕਹਿੰਦੇ ਹਾਂ, ਜਿਹਦੇ ਵਿੱਚ ਆਪਾਂ ਤਿਆਰ ਕਰਦੇ ਹਾਂ ਕਿ ਅਸੀਂ ਕਿਹੜਾ ਟੌਪਿਕ ਕਰਵਾਉਣਾ ਹੈ, ਕਿੰਨੇ ਟਾਈਮ ਦੇ ਵਿੱਚ ਕਰਵਾਉਣਾ ਹੈ, ਕਿਵੇਂ ਕਰਵਾਉਣਾ ਹੈ। ਠੀਕ ਹੈ, ਤਾਂ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਡਿਸਕਸ ਕਰਦੇ ਹਾਂ। ਅੱਗੇ ਗੱਲ ਕਰਦੇ ਹਾਂ ਇੰਟਰਐਕਟਿਵ ਫੇਜ਼। ਇੰਟਰਐਕਟਿਵ ਫੇਜ਼ ਕੀ ਹੁੰਦਾ ਹੈ? ਟੀਚਿੰਗ ਇਨ ਕਲਾਸ, ਯਾਨੀ ਕਿ ਇੰਟਰਐਕਟਿਵ ਫੇਸ ਹੋਏਗਾ ਜਦੋਂ ਆਪਾਂ ਕਲਾਸ ਦੇ ਵਿੱਚ ਪਹੁੰਚ ਚੁੱਕੇ ਹਾਂ, ਆਪਾਂ ਕਲਾਸ ਦੇ ਵਿੱਚ ਪੜ੍ਹਾ ਰਹੇ ਹਾਂ। ਪੋਸਟ ਐਕਟਿਵ ਫੇਸ ਕਿਹੜਾ ਹੁੰਦਾ ਹੈ? ਇਹ ਉਹ ਫੇਸ ਹੈ ਜਦੋਂ ਟੀਚਰ ਜਿਹੜਾ ਪੜ੍ਹਾ ਕੇ ਆਪਦਾ ਜਿਹੜਾ ਲੈਕਚਰ ਹੈ ਉਹਨੂੰ ਕਵਰ ਕਰ ਚੁੱਕਿਆ ਹੈ, ਫਿਰ ਉਸ ਤੋਂ ਬਾਅਦ ਫੀਡਬੈਕ ਲੈ ਰਿਹਾ ਹੈ ਜਾਂ ਫਿਰ ਇਵੈਲੂਏਸ਼ਨ ਕਰ ਰਿਹਾ ਹੈ ਕਿ ਕੀ ਉਹਨੇ ਜੋ ਪੜ੍ਹਾਇਆ ਹੈ ਉਹ ਸਹੀ ਪੜ੍ਹਾਇਆ ਹੈ ਜਾਂ ਉਹਦੇ ਵਿੱਚ ਕੁਝ ਚੇਂਜਿਸ ਕਰਨ ਦੀ ਜ਼ਰੂਰਤ ਹੈ, ਕਿਹੜਾ ਟੌਪਿਕ ਚੇਂਜ ਕਰਨਾ ਚਾਹੀਦਾ ਹੈ, ਕਿਹੜਾ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਇਨਕਲੂਡ ਕੀਤਾ ਗਿਆ ਹੈ। ਫਿਰ ਅੱਗੇ ਗੱਲ ਕਰਦੇ ਹਾਂ ਆਪਾਂ ਲੈਵਲ ਆਫ ਟੀਚਿੰਗ ਦੀ। ਲੈਵਲ ਆਫ ਟੀਚਿੰਗ ਦੇ ਵਿੱਚ ਕਿਹੜੀ ਆਉਂਦੀ ਹੈ? ਪਹਿਲੀ ਆਉਂਦੀ ਹੈ ਮੈਮਰੀ ਲੈਵਲ, ਫਿਰ ਆਉਂਦੀ ਹੈ ਅੰਡਰਸਟੈਂਡਿੰਗ ਲੈਵਲ, ਫਿਰ ਆਉਂਦਾ ਹੈ ਰਿਫਲੈਕਟਿਵ ਲੈਵਲ। ਮੈਮਰੀ ਲੈਵਲ ਕੀ ਹੁੰਦਾ ਹੈ? ਇਹਦੇ ਵਿੱਚ ਨਾ ਬੱਚਿਆਂ ਦੇ ਵਿੱਚ ਕੇਵਲ ਇਨਫੋਰਮੇਸ਼ਨ ਭਰੀ ਜਾਂਦੀ ਹੈ। ਜਿਵੇਂ ਕਿ ਆਪਾਂ ਛੋਟੇ ਬੱਚੇ ਨੂੰ ਕੀ ਕਰਵਾਉਂਦੇ ਹਾਂ, ਮੰਨ ਲਓ ਆਪਣੇ ਕੋਲ ਬੱਚਾ ਪਹਿਲੀ ਕਲਾਸ ਦੇ ਵਿੱਚ ਆਇਆ, ਆਪਾਂ ਉਹਨੂੰ ABCD ਸਾਰੀਆਂ ਚੀਜ਼ਾਂ ਯਾਦ ਕਰਵਾ ਦਿੱਤੀਆਂ। 2 ਦਾ ਟੇਬਲ ਸਿੱਧਾ ਯਾਦ ਕਰਵਾਤਾ ਕਿ 2 1 2 ਹੁੰਦਾ ਹੈ, ਯਾਨੀ ਕਿ ਸਿਰਫ ਆਪਾਂ ਉਹਨੂੰ ਯਾਦ ਕਰਵਾਈ ਜਾ ਰਹੇ ਹਾਂ, ਕੁਝ ਸਮਝਾ ਨਹੀਂ ਰਹੇ, ਇਨਫੋਰਮੇਸ਼ਨ ਭਰ ਰਹੇ ਹਾਂ। ਜ਼ਿਆਦਾ ਧਿਆਨ ਕਿਹਦੇ ਵੱਲ ਦਿੱਤਾ ਜਾਂਦਾ ਹੈ? ਸਿਰਫ ਚੀਜ਼ਾਂ ਨੂੰ ਯਾਦ ਕਰਨ ਦੇ ਉੱਤੇ ਦਿੱਤਾ ਜਾਂਦਾ ਹੈ। ਤਾਂ ਉਹ ਕਿਹਦੇ ਵਿੱਚ ਆਉਂਦਾ ਹੈ? ਮੈਮਰੀ ਲੈਵਲ ਦੇ ਵਿੱਚ ਆਉਂਦਾ ਹੈ। ਅੱਗੇ ਗੱਲ ਕਰਦੇ ਹਾਂ
ਇਹਦੇ ਸਟੈਪ ਕੀ ਹੁੰਦੇ ਨੇ, ਪਹਿਲਾਂ ਆਪਾਂ ਚੀਜ਼ਾਂ ਨੂੰ ਯਾਦ ਕਰਵਾਉਂਦੇ ਹਾਂ, ਫਿਰ ਆਪਾਂ ਉਹਨਾਂ ਚੀਜ਼ਾਂ ਨੂੰ ਧਾਰਨ ਕਰਵਾਉਂਦੇ ਹਾਂ, ਫਿਰ ਆਪਾਂ ਚੀਜ਼ਾਂ ਨੂੰ ਰੀਕਾਲ ਕਰਵਾਉਂਦੇ ਹਾਂ, ਫਿਰ ਆਪਾਂ ਉਹਨਾਂ ਦਾ ਟੈਸਟ ਲੈ ਲੈਂਦੇ ਹਾਂ। ਜਿਵੇਂ ਬੱਚੇ ਨੂੰ ਪਹਿਲਾਂ ਕੀ ਕਰਦੇ ਹਾਂ, ਆਪਾਂ 2 ਦਾ ਟੇਬਲ ਯਾਦ ਕਰਵਾਉਂਦੇ ਹਾਂ, ਫਿਰ ਬੱਚਾ ਉਹ 2 ਦੇ ਟੇਬਲ ਨੂੰ ਧਾਰਨ ਕਰ ਲੈਂਦਾ ਹੈ, ਫਿਰ ਵਾਰ-ਵਾਰ ਉਹਨੂੰ ਰੀਕਾਲ ਕਰਦਾ ਹੈ, ਫਿਰ ਜਦੋਂ ਆਪਾਂ ਉਹਦਾ ਟੈਸਟ ਲੈਂਦੇ ਹਾਂ ਤਾਂ ਉਹ 2 ਦਾ ਟੇਬਲ ਲਿਖ ਕੇ ਦਿਖਾ ਦਿੰਦਾ ਹੈ। ਇਹਦੇ ਵਿੱਚ ਜਿਹੜਾ ਵੀ ਟੈਸਟ ਲਿਆ ਜਾਂਦਾ ਨਾ ਉਹ ਸਿਰਫ ਹੂਬਹੂ ਕਾਪੀ ਕਰਵਾਈ ਜਾਂਦੀ ਹੈ। ਜਿਵੇਂ ਮਤਲਬ ਮੰਨ ਲਓ ਆਪਾਂ 2 ਦਾ ਟੇਬਲ, ਜੇ ਮੈਡਮ ਨੇ ਕਿਹਾ ਬੇਟੇ ਇਸ ਪੈਟਰਨ ਦੇ ਵਿੱਚ 2 ਦਾ ਟੇਬਲ ਲਿਖਣਾ ਹੈ, ਤਾਂ ਆਪਾਂ ਇਸ ਪੈਟਰਨ ਦੇ ਵਿੱਚ ਹੀ ਬੱਚਾ 2 ਦਾ ਟੇਬਲ ਲਿਖਦਾ। ਜੇ ਆਪਾਂ ਬੱਚੇ ਨੂੰ ਕਿਹਾ ਕਿ ਬੇਟੇ ਇਸ ਪੈਟਰਨ ਦੇ ਵਿੱਚ 2 ਦਾ ਟੇਬਲ ਲਿਖਣਾ, ਤਾਂ ਉਹ ਇਸੇ ਪੈਟਰਨ ਦੇ ਵਿੱਚ ਲਿਖੇਗਾ। ਯਾਨੀ ਕਿ ਇਹ ਜਿਹੜਾ ਪੈਟਰਨ ਹੈ ਜਾਂ ਜਿਹੜਾ ਕੰਮ ਹੈ ਉਹ ਕੀ ਹੋਏਗਾ, ਥੋਟਲੈਸ ਹੁੰਦਾ ਹੈ, ਯਾਨੀ ਕਿ ਇਹਦੇ 'ਚ ਦਿਮਾਗ ਲਗਾਉਣ ਦੀ ਜ਼ਰੂਰਤ ਨਹੀਂ ਹੁੰਦੀ, ਕੇਵਲ ਚੀਜ਼ਾਂ ਨੂੰ ਯਾਦ ਹੀ ਕਰਨਾ ਹੁੰਦਾ ਹੈ। ਅੱਗੇ ਗੱਲ ਕਰਦੇ ਹਾਂ ਅੰਡਰਸਟੈਂਡਿੰਗ ਲੈਵਲ। ਅੰਡਰਸਟੈਂਡਿੰਗ ਲੈਵਲ ਕੀ ਹੁੰਦਾ, ਇਹਦੇ ਵਿੱਚ ਚੀਜ਼ਾਂ ਨੂੰ ਸਮਝਾਇਆ ਜਾਏਗਾ, ਥੋਟਫੁਲ ਚੀਜ਼ਾਂ ਹੋਣਗੀਆਂ, ਯਾਨੀ ਕਿ ਐਪਲੀਕੇਸ਼ਨ ਸਿਖਾਇਆ ਜਾਏਗਾ। ਜਿਵੇਂ ਮੰਨ ਲਓ ਆਪਾਂ ਕੀ ਕਰਦੇ ਹਾਂ, a+b ਦਾ ਹੋਲ ਸਕੁਏਅਰ ਕੀ ਹੁੰਦਾ ਹੈ, a² + b² + c² + 2ab ਹੁੰਦਾ ਹੈ ਨਾ। ਆ ਤਾਂ ਕੀ ਸੀਗਾ ਫਾਰਮੂਲਾ, ਬਟ ਇਹਦੀ ਐਪਲੀਕੇਸ਼ਨ ਕਿੱਥੇ ਕਿੱਥੇ ਯੂਜ਼ ਹੋਏਗਾ, ਇਹ ਵੀ ਚੀਜ਼ਾਂ ਜਿਹੜੀਆਂ ਨੇ ਨਾਲ ਸਿਖਾਈਆਂ ਜਾਂਦੀਆਂ ਨੇ। ਅੱਗੇ ਗੱਲ ਕਰਦੇ ਹਾਂ ਰਿਫਲੈਕਟਿਵ ਲੈਵਲ। ਰਿਫਲੈਕਟਿਵ ਲੈਵਲ ਜਦੋਂ ਆਪਾਂ ਥੋੜ੍ਹੇ ਜਿਹੇ ਵੱਡੇ ਹੋ ਜਾਂਦੇ ਹੋ ਉਦੋਂ ਸਿਖਾਇਆ ਜਾਂਦਾ ਹੈ। ਇਹਦੇ ਵਿੱਚ ਕੀ ਹੁੰਦਾ ਕਿ ਆਪਾਂ ਕੋਈ ਬੱਚੇ ਨੂੰ ਟੌਪਿਕ ਦਿੰਦੇ ਹਾਂ, ਬੱਚੇ ਨੂੰ ਕੋਈ ਪ੍ਰੋਬਲਮ ਦਿੰਦੇ ਹਾਂ, ਬੱਚਾ ਆਪਦੇ ਆਪ ਸੋਲਿਊਸ਼ਨ ਲੱਭਦਾ ਹੈ, ਅਲੱਗ-ਅਲੱਗ ਵੇਜ਼ ਫਾਈਂਡ ਆਊਟ ਕਰਦਾ ਹੈ, ਜਿੱਥੇ ਬੱਚੇ ਨੇ ਉਹਨਾਂ ਚੀਜ਼ਾਂ ਦਾ ਸੋਲਿਊਸ਼ਨ ਫਾਈਂਡ ਆਊਟ ਕਰਨਾ ਹੁੰਦਾ, ਯਾਨੀ ਕਿ ਉਹ ਅਲੱਗ-ਅਲੱਗ ਤਰੀਕਿਆਂ ਦੀ ਖੋਜ ਕਰੇਗਾ, ਆਪਦੇ ਆਪ ਆਨਸਰ ਲੱਭਣ ਦੀ ਕੋਸ਼ਿਸ਼ ਕਰੇਗਾ। ਉਹਨੂੰ ਆਪਾਂ ਕੀ ਬੋਲਾਂਗੇ, ਰਿਫਲੈਕਟਿਵ ਲੈਵਲ ਕਹਾਂਗੇ। ਠੀਕ ਹੈ ਜੀ, ਇੰਨਾ ਕੁ ਹੀ ਇਹਦੀ ਥਿਊਰੀ ਪਾਰਟ ਸੀਗਾ। ਆਪਾਂ ਕੀ ਕੁਝ ਕਵਰ ਕੀਤਾ, ਇੱਕ ਵਾਰ ਫਿਰ ਤੋਂ ਰਿਵਾਈਜ਼ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਆਪਾਂ ਇਹ ਦੇਖਿਆ ਟੀਚਿੰਗ ਲਰਨਿੰਗ ਪ੍ਰੋਸੈਸ ਕੀ ਹੁੰਦਾ ਹੈ, ਟੀਚਿੰਗ ਕਿੰਨੇ ਤਰ੍ਹਾਂ ਦੀ ਹੁੰਦੀ ਹੈ, 2 ਤਰ੍ਹਾਂ ਦੀ ਆਪਾਂ ਗੱਲ ਕੀਤੀ, ਬਾਈਪੋਲਰ ਅਤੇ ਟਰਾਈਪੋਲਰ। ਫਿਰ ਆਪਾਂ ਗੱਲ ਕੀਤੀ ਫੈਕਟਰ ਆਫ ਟੀਚਿੰਗ ਦੀ, ਫਿਰ ਆਪਾਂ ਗੱਲ ਕੀਤੀ ਫੇਜ਼ਿਸ ਆਫ ਟੀਚਿੰਗ, ਪ੍ਰੀ ਐਕਟਿਵ, ਐਕਟਿਵ ਅਤੇ ਪੋਸਟ ਐਕਟਿਵ। ਫਿਰ ਆਪਾਂ ਲੈਵਲਸ ਦੀ ਗੱਲ ਕੀਤੀ, ਮੈਮਰੀ ਲੈਵਲ, ਅੰਡਰਸਟੈਂਡਿੰਗ ਲੈਵਲ ਅਤੇ ਰਿਫਲੈਕਟਿਵ ਲੈਵਲਸ। ਫਿਰ ਆਪਾਂ ਗੱਲ ਕੀਤੀ ਮੈਮਰੀ ਲੈਵਲ ਦੇ ਵਿੱਚ ਆਪਾਂ ਸਿਰਫ ਬੱਚਿਆਂ ਨੂੰ ਚੀਜ਼ਾਂ ਯਾਦ ਹੀ ਕਰਵਾਵਾਂਗੇ, ਅਤੇ ਅੰਡਰਸਟੈਂਡਿੰਗ ਲੈਵਲ ਦੇ ਵਿੱਚ ਉਹਨੂੰ ਕੁਝ ਸਮਝਾਉਣ ਦੀ ਕੋਸ਼ਿਸ਼ ਕਰਾਂਗੇ। ਫਿਰ ਅੱਗੇ ਗੱਲ ਕਰਦੇ ਹਾਂ ਅੰਡਰਸਟੈਂਡਿੰਗ ਦੇ ਵਿੱਚ, ਇਹਦੇ 'ਚ ਕੀ ਆਏਗਾ ਕਿ ਜੋ ਚੀਜ਼ਾਂ ਆਪਾਂ ਬੱਚੇ ਨੂੰ ਕਰਵਾਈਆਂ ਹੋਈਆਂ ਹੋਣਗੀਆਂ ਜਾਂ ਕੋਈ ਪ੍ਰੋਬਲਮ ਬੱਚੇ ਨੂੰ ਦਾਂਗੇ, ਉਹਦੇ ਬਿਹਾਵ ਦੇ ਉੱਤੇ ਬੱਚਾ ਕੀ ਕਰੇਗਾ, ਆਪਦਾ ਜਿਹੜਾ ਆਨਸਰ ਪ੍ਰੋਵਾਈਡ ਕਰਵਾਏਗਾ। ਠੀਕ ਹੈ, ਤਾਂ ਹੁਣ ਆਪਾਂ ਡਿਸਕਸ ਕਰਦੇ ਹਾਂ ਕੁਐਸਚਨਸ ਨੂੰ। ਅਗਰ ਤੁਹਾਨੂੰ ਵੀਡੀਓ ਦਾ ਕੰਟੈਂਟ ਅੱਛਾ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਠੀਕ ਹੈ, ਸਭ ਤੋਂ ਪਹਿਲਾ ਕੁਐਸਚਨ ਹੈ, ਕਹਿੰਦੇ ਅਧਿਆਪਨ ਸਿੱਖਣ ਪ੍ਰਕਿਰਿਆ ਵਿੱਚ ਕੀ ਕੁਝ ਸ਼ਾਮਲ ਹੁੰਦਾ ਹੈ, ਯਾਨੀ ਕਿ ਵਟ ਡਜ਼ ਦਾ ਪਲਾਨ ਟੀਚਿੰਗ ਲਰਨਿੰਗ ਪ੍ਰੋਸੈਸ ਇਨਵੋਲਵ, ਯਾਨੀ ਕਿ ਟੀਚਰ ਅਤੇ ਲਰਨਿੰਗ ਪ੍ਰੋਸੈਸ ਦੇ ਵਿੱਚ ਕਿਹੜੀਆਂ ਚੀਜ਼ਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਤਾਂ ਇਮਤਿਹਾਨਾਂ ਦੀ ਯੋਜਨਾ ਅਤੇ ਯੋਜਨਾਬੰਦੀ ਅਤੇ ਲਾਗੂ ਕਰਨਾ, ਕਿ ਟੀਚਿੰਗ ਲਰਨਿੰਗ ਦੇ ਵਿੱਚ ਕੇਵਲ ਆਪਾਂ ਇਗਜ਼ਾਮਸ ਨੂੰ ਵੇਖਦੇ ਹਾਂ, ਨਹੀਂ। ਫਿਰ ਅੱਗੇ ਗੱਲ ਕਰਦੇ ਹਾਂ ਅਧਿਆਪਕ ਅਤੇ ਵਿਦਿਆਰਥੀਆਂ ਵਿਚਕਾਰ ਗਤੀਸ਼ੀਲਤਾ, ਪਰਸਪਰ ਪ੍ਰਭਾਵ, ਯਾਨੀ ਕਿ ਡਾਇਨਾਮਿਕ ਇੰਟਰੈਕਸ਼ਨ ਬਿਟਵੀਨ ਟੀਚਰ ਐਂਡ ਸਟੂਡੈਂਟਸ ਕੀ ਹੋਏਗਾ, ਟੀਚਿੰਗ ਲਰਨਿੰਗ ਪ੍ਰੋਸੈਸ ਦੇ ਵਿੱਚ ਹੋਏਗਾ, ਯਾਨੀ ਕਿ ਦੋਨਾਂ ਦੀ ਇਨਵੋਲਵਮੈਂਟ ਜ਼ਰੂਰੀ ਹੁੰਦੀ ਹੈ। ਆਹ ਵਾਲੀ ਠੀਕ ਹੈ। ਅੱਗੇ ਵੇਖ ਲੈਂਦੇ ਹਾਂ, ਕਹਿੰਦੇ ਵਿਦਿਆਰਥੀਆਂ ਦੀ ਭਾਗੀਦਾਰੀ ਤੋਂ ਬਿਨਾਂ ਲੈਕਚਰ ਦੇਣ ਵਾਲੇ ਅਧਿਆਪਕ, ਇਹ ਟੀਚਿੰਗ ਲਰਨਿੰਗ ਪ੍ਰੋਸੈਸ ਨਹੀਂ ਹੈਗਾ ਕਿ ਬੱਚਾ ਹੈ ਹੀ ਨਹੀਂ ਹੈਗਾ ਅਤੇ ਟੀਚਰ ਜਿਹੜਾ ਹੈ ਕੀ ਕਰ ਰਿਹਾ, ਲੈਕਚਰ ਦੇ ਰਿਹਾ ਹੈ। ਇੱਕ ਨਿਸ਼ਚਿਤ ਪਾਠਕ੍ਰਮ ਦਾ ਸਖਤੀ ਨਾਲ ਪਾਲਣ ਕਰਨਾ, ਕੋਈ ਇੱਕ ਕਰੀਕੁਲਮ ਦੇ ਦਿੱਤਾ, ਟੀਚਰ ਉਹਨੂੰ ਵਾਰੀ ਕਰਵਾਈ ਜਾ ਰਿਹਾ ਹੈ, ਉਹ ਸਿੱਖਣ ਪ੍ਰਕਿਰਿਆ ਹੈ, ਤਾਂ ਉਹ ਟੀਚਿੰਗ ਲਰਨਿੰਗ ਪ੍ਰੋਸੈਸ ਜਿਹੜਾ ਨਹੀਂ ਹੈ। ਤਾਂ ਆਪਣੀ ਆਪਸ਼ਨ ਕੀ ਆਏਗੀ, ਆਪਸ਼ਨ ਨੰਬਰ B ਸਹੀ ਹੋਏਗਾ, ਜਿਹਦੇ ਵਿੱਚ ਆਪਾਂ ਇਹ ਡਿਸਕਸ ਕੀਤਾ ਕਿ ਅਧਿਆਪਕ ਅਤੇ ਵਿਦਿਆਰਥੀਆਂ ਦੇ ਵਿਚਕਾਰ ਜਿਹੜੇ ਆਪਸ ਦੇ ਵਿੱਚ ਪ੍ਰਭਾਵ ਨੇ ਜਾਂ ਕੋਈ ਡਾਇਨਾਮਿਕ ਇੰਟਰੈਕਸ਼ਨ ਹੈ, ਉਹਨੂੰ ਆਪਾਂ ਕੀ ਬੋਲਾਂਗੇ, ਟੀਚਿੰਗ ਲਰਨਿੰਗ ਪ੍ਰੋਸੈਸ ਕਹਿ ਦਾਂਗੇ। ਨੈਕਸਟ ਕੁਐਸਚਨ ਹੈ, ਕਹਿੰਦੇ ਵਿਚ ਆਫ ਦਾ ਫੋਲੋਇੰਗ ਇਜ਼ ਅ ਕੀ ਕੰਪੋਨੈਂਟ ਆਫ ਦਾ ਟੀਚਿੰਗ ਲਰਨਿੰਗ ਪ੍ਰੋਸੈਸ ਦੈਟ ਇਨਵੋਲਵ ਆਊਟਲਾਈਨਿੰਗ ਲਰਨਿੰਗ ਆਬਜੈਕਟ ਐਂਡ ਚੂਜ਼ਿੰਗ ਐਪਰੋਪ੍ਰੀਏਟ ਟੀਚਿੰਗ ਮੈਥਡ। ਕੀ ਕਹਿੰਦੇ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਅਧਿਆਪਨ ਸਿਖਲਾਈ ਪ੍ਰਕਿਰਿਆ ਦਾ ਇੱਕ ਮੁੱਖ ਹਿੱਸਾ ਹੈ, ਜਿਸ ਵਿੱਚ ਸਿੱਖਣ ਉਦੇਸ਼ਾਂ ਦੀ ਰੂਪਰੇਖਾ ਤਿਆਰ ਕਰਨਾ ਅਤੇ ਉਚਿਤ ਵਿਧੀਆਂ ਦੀ ਚੋਣ ਕਰਨਾ ਲਿਖਿਆ ਜਾਏਗਾ। ਯਾਨੀ ਕਿ ਹੁਣ ਦੇਖੋ ਆਪਾਂ ਕੀ ਪੜ੍ਹਿਆ ਸੀ, ਪ੍ਰੀ ਫੇਸ ਪੜ੍ਹਿਆ ਸੀ ਨਾ, ਪ੍ਰੀ ਐਕਟਿਵ ਫੇਸ, ਜਿਹਦੇ ਵਿੱਚ ਟੀਚਰ ਕੀ ਕਰੇਗਾ, ਜਿਹੜੀ ਚੀਜ਼ਾਂ ਉਹਨੇ ਪੜ੍ਹਾਉਣੀਆਂ ਨੇ ਉਹਦੇ ਕੀ ਉਦੇਸ਼ ਨੇ, ਉਹ ਕਿਵੇਂ ਪੜ੍ਹਾਉਣਾ ਹੈ, ਕਿਸ ਪ੍ਰਕਾਰ ਦੀ ਵਿਧੀ ਦਾ ਪ੍ਰਯੋਗ ਕਰਨਾ ਹੈ, ਉਹ ਕਿਹਦੇ ਵਿੱਚ ਸ਼ਾਮਲ ਕਰਾਂਗੇ, ਆਪਾਂ ਕਰਾਂਗੇ ਪਲੈਨਿੰਗ ਦੇ ਵਿੱਚ। ਯਾਨੀ ਕਿ ਇਹ ਕਿਹਦੇ ਵਿੱਚ ਆ ਜਾਏਗਾ, ਪ੍ਰੀ ਐਕਟਿਵ ਫੇਸ ਵਿੱਚ ਆ ਜਾਏਗਾ, ਪ੍ਰੀ ਐਕਟਿਵ ਫੇਸ।
ठीक है। ਅੱਗੇ ਚੱਲਦੇ ਹਾਂ। ਹੇਠ ਲਿਖੀਆਂ ਗਤੀਵਿਧੀਆਂ ਵਿੱਚੋਂ ਕਿਹੜੇ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਆਲੋਚਨਾਤਮਕ ਸੋਚ ਅਤੇ ਰੁਝਾਵੇਂ ਨੂੰ ਉਤਸ਼ਾਹਿਤ ਕਰਦੀਆਂ ਹਨ। ਹੁਣ ਉਹ ਕਹਿੰਦੇ ਆ ਵੀ ਨੀਚੇ ਆਪਾਂ ਉਹਨੂੰ ਕੋਈ ਐਕਟੀਵਿਟੀਜ਼ ਦਿੱਤੀਆਂ ਹੋਈਆਂ ਨੇ, ਕਿਹੜੀ ਐਕਟੀਵਿਟੀਜ਼ ਹੈ ਜਿਹੜੀ ਬੱਚੇ ਦੇ ਵਿੱਚ ਕ੍ਰਿਟੀਕਲ ਥਿੰਕਿੰਗ ਲੈ ਕੇ ਆਏਗੀ, ਯਾਨੀ ਕਿ ਉਹਦੇ ਵਿੱਚ ਆਲੋਚਨਾਤਮਕ ਸੋਚ ਨੂੰ ਪੈਦਾ ਕਰੇਗੀ। ਤਾਂ ਲੈਕਚਰਸ ਕੀ ਲੈਕਚਰ ਵਿਧੀ ਯੂਜ਼ ਕਰ ਸਕਦੇ ਹਾਂ, ਕਿ ਗਰੁੱਪ ਡਿਸਕਸ਼ਨ ਦਾ ਯੂਜ਼ ਕਰ ਸਕਦੇ ਹਾਂ, ਜਾਂ ਵਨ ਵੇ ਕਮਿਊਨੀਕੇਸ਼ਨ ਹੋ ਸਕਦਾ, ਜਾਂ ਫਿਰ ਪੈਸਿਵ ਲਿਸਨਿੰਗ ਹੋਏਗਾ। ਤਾਂ ਦੇਖੋ ਜੇਕਰ ਆਪਾਂ ਗਰੁੱਪ ਡਿਸਕਸ਼ਨ ਕਰਵਾਉਂਦੇ ਹਾਂ ਤਾਂ ਇੱਥੇ ਬੱਚੇ ਦੇ ਵਿੱਚ ਆਲੋਚਨਾਤਮਕ ਸੋਚ ਪੈਦਾ ਹੁੰਦੀ ਹੈ। ਜਦੋਂ ਆਪਾਂ ਕੋਈ ਇੱਕ ਦੂਸਰੇ ਦੇ ਨਾਲ ਗੱਲਬਾਤ ਕਰ ਰਹੇ ਹੁੰਦੇ ਹਾਂ ਤਾਂ ਆਪਾਂ ਪੋਜ਼ੀਟਿਵ ਨੈਗੇਟਿਵ ਪੁਆਇੰਟ ਦੋਨਾਂ ਨੂੰ ਵੇਖਦੇ ਹਾਂ। ਤਾਂ ਇਹਦਾ ਉੱਤਰ ਕੀ ਆਏਗਾ? ਬੀ ਆਪਸ਼ਨ ਆ ਜਾਏਗਾ। ਅੱਗੇ ਚੱਲਦੇ ਹਾਂ। ਅਧਿਆਪਨ ਸਿਖਲਾਈ ਪ੍ਰਕਿਰਿਆ ਵਿੱਚ ਫੀਡਬੈਕ ਕਿਉਂ ਜ਼ਰੂਰੀ ਹੈ? ਹੁਣ ਦੇਖੋ ਜਦੋਂ ਆਪਾਂ ਟੀਚਿੰਗ ਲਰਨਿੰਗ ਪ੍ਰੋਸੈਸ ਕਰ ਰਹੇ ਹਾਂ ਤਾਂ ਫੀਡਬੈਕ ਕਿਉਂ ਜ਼ਰੂਰੀ ਹੋਏਗਾ? ਠੀਕ ਹੈ, ਆਪਸ਼ਨ ਦੇਖਦੇ ਹਾਂ। ਕਹਿੰਦੇ ਇਹ ਅਧਿਆਪਕ ਨੂੰ ਵਿਦਿਆਰਥੀਆਂ ਦੇ ਆਪਸੀ ਤਾਲਮੇਲ ਤੋਂ ਬਚਣ ਵਿੱਚ ਮਦਦ ਕਰਦਾ ਹੈ, ਯਾਨੀ ਕਿ ਇਹ ਹੈਲਪ ਕਰਦਾ ਹੈ ਕਿ ਟੀਚਰ ਅਵੋਇਡ ਕਰ ਦੇਵੇ ਕਿ ਉਹਦੇ ਬੱਚੇ ਨਾਲ ਗੱਲਬਾਤ ਨਾ ਕਰੇ। ਤਾਂ ਨਹੀਂ, ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੁੰਦਾ ਫੀਡਬੈਕ ਵਿੱਚ। ਇਹ ਵਿਦਿਆਰਥੀਆਂ ਨੂੰ ਉਸਾਰੂ ਆਲੋਚਨਾ ਪ੍ਰਦਾਨ ਕਰਦਾ ਹੈ ਕਿ ਇਹ ਬੱਚਿਆਂ ਦੇ ਵਿੱਚ ਜਿਹੜੀ ਹੈ ਆਲੋਚਨਾ ਕਰਨ ਦੀ ਜਾਂ ਫਿਰ ਜਿਹੜੀ ਹੈ ਉਹਦਾ ਬੇਸ ਬਣਾਉਣ ਦੇ ਕੰਮ ਕਰਦਾ ਹੈ। ਬਿਲਕੁਲ ਇਹ ਉਹਨਾਂ ਦਾ ਕੀ ਕਰਦਾ ਹੈ? ਬੇਸ ਬਣਾਉਣ ਦੇ ਕੰਮ ਕਰਦਾ ਹੈ, ਯਾਨੀ ਕਿ ਇਟ ਪ੍ਰੋਵਾਈਡ ਸਟੂਡੈਂਟਸ ਵਿਦ ਕੰਸਟਰਕਟਿਵ ਕ੍ਰਿਟਿਸਿਜ਼ਮ। ਠੀਕ ਹੈ, ਉਸ ਤੋਂ ਬਾਅਦ ਕਹਿੰਦੇ ਇਹ ਮੁਲਾਂਕਣ ਦੀ ਲੋੜ ਨੂੰ ਖਤਮ ਕਰਦਾ ਹੈ। ਨਹੀਂ, ਫੀਡਬੈਕ ਦੇ ਵਿੱਚ ਮੁਲਾਂਕਣ ਵੀ ਤਾਂ ਹੋ ਹੀ ਜਾਂਦਾ ਨਾ। ਇਹ ਟੈਕਨੋਲੋਜੀ ਇਕਾਕਰਨੀ ਦੀ ਲੋੜ ਨੂੰ ਬਦਲਦਾ ਹੈ, ਯਾਨੀ ਕਿ ਇਹ ਟੈਕਨੋਲੋਜੀ ਨੂੰ ਜਿਹੜਾ ਹੈ ਇਕੱਠਾ ਕਰਦਾ ਹੈ। ਤਾਂ ਇਹ ਵੀ ਜਿਹੜਾ ਗਲਤ ਹੈ, ਤਾਂ ਆਪਸ਼ਨ ਨੰਬਰ ਬੀ ਕੀ ਹੋਏਗਾ? ਸਹੀ ਹੋਏਗਾ, ਜਿਹਦੇ ਵਿੱਚ ਇਟ ਪ੍ਰੋਵਾਈਡ ਸਟੂਡੈਂਟ ਵਿਦ ਕੰਸਟਰਕਟਿਜ਼ਮ। ਅੱਗੇ ਗੱਲ ਕਰਦੇ ਹਾਂ। ਕਲਾਸਰੂਮ ਵਿੱਚ ਵਿਦਿਆਰਥੀਆਂ ਦੀਆਂ ਵਿਅਕਤੀਗਤ ਲੋੜਾਂ ਮੁਤਾਬਕ ਢਲਣ ਲਈ ਅਧਿਆਪਕ ਨੂੰ ਕੀ ਕਰਨਾ ਚਾਹੀਦਾ? ਯਾਨੀ ਕਿ ਬੱਚਿਆਂ ਦੇ ਮੁਤਾਬਕ ਟੀਚਰ ਨੇ ਚੇਂਜ ਹੋਣਾ ਹੈ, ਤੁਹਾਨੂੰ ਕਿਹੜੀਆਂ ਚੀਜ਼ਾਂ ਦਾ ਜਿਹੜਾ ਧਿਆਨ ਰੱਖਣਾ ਚਾਹੀਦਾ? ਤਾਂ ਇੱਥੇ ਵੇਖੀਏ ਤਾਂ ਕਹਿੰਦੇ ਸਾਰੇ ਵਿਦਿਆਰਥੀਆਂ ਲਈ ਇੱਕ ਸਖਤ ਅਧਿਆਪਕ ਸ਼ੈਲੀ ਬਣਾਈ ਰੱਖੋ, ਯਾਨੀ ਕਿ ਸਾਰਿਆਂ ਜਿਹੜੇ ਬੱਚਿਆਂ ਵਾਸਤੇ ਕੀ ਰੱਖੋ, ਮਤਲਬ ਰਿਜਿਡ ਬਣੇ ਰਹੋ। ਨਹੀਂ, ਇਸ ਤਰ੍ਹਾਂ ਦਾ ਨਹੀਂ ਹੋ ਸਕਦਾ। ਕਹਿੰਦੇ ਵਿਦਿਆਰਥੀਆਂ ਦੀ ਲੋੜ ਅਨੁਸਾਰ ਉਹਨਾਂ ਦੀ ਪਹੁੰਚ ਦੇ ਅਨੁਕੂਲ ਬਣਾਓ, ਯਾਨੀ ਕਿ ਬੱਚਿਆਂ ਦੇ ਬਰਾਬਰ ਬਣੋ। ਜੋ ਬੱਚਿਆਂ ਨੂੰ ਨੀਡ ਹੈ ਉਸ ਮੁਤਾਬਕ ਦਾ ਟੀਚਰ ਨੂੰ ਬਣਨਾ ਪਏਗਾ। ਠੀਕ ਹੈ, ਉਸ ਤੋਂ ਬਾਅਦ ਅੱਗੇ ਦੇਖਦੇ ਹਾਂ। ਉਹਨਾਂ ਵਿਦਿਆਰਥੀਆਂ ਨੂੰ ਅਣਡਿੱਠ ਕਰੋ ਜਿਨ੍ਹਾਂ ਨੂੰ ਵਾਧੂ ਸਹਾਇਤਾ ਦੀ ਲੋੜ ਹੈ। ਕਹਿੰਦੇ ਉਹਨਾਂ ਬੱਚਿਆਂ ਨੂੰ ਇਗਨੋਰ ਕਰ ਦਿਓ ਜਿਨ੍ਹਾਂ ਨੂੰ ਜ਼ਿਆਦਾ ਸਹਾਇਤਾ ਦੀ ਲੋੜ ਹੈ। ਇਸ ਤਰ੍ਹਾਂ ਵੀ ਨਹੀਂ ਕਰ ਸਕਦੇ ਆਪਾਂ, ਐਜ਼ ਅ ਟੀਚਰ ਇਸ ਤਰ੍ਹਾਂ ਨਹੀਂ ਹੋ ਸਕਦਾ। ਸਿਰਫ ਉੱਚ ਪ੍ਰਾਪਤੀ ਕਰਨ ਵਾਲੇ ਵਿਦਿਆਰਥੀਆਂ 'ਤੇ ਧਿਆਨ ਰੱਖੋ। ਕਹਿੰਦੇ ਜਿਹੜੇ ਜ਼ਿਆਦਾ ਬੱਚੇ ਅਚੀਵਿੰਗ ਵਾਲੇ ਨੇ ਨਾ, ਸਿਰਫ ਉਹਨਾਂ 'ਤੇ ਧਿਆਨ ਰੱਖ ਲਓ। ਨਹੀਂ, ਇਹ ਵੀ ਕੁਐਸਚਨ ਦਾ ਆਨਸਰ ਕੀ ਹੋ ਜਾਏਗਾ? ਗਲਤ ਹੋ ਜਾਏਗਾ। ਤਾਂ ਉੱਤਰ ਕੀ ਬਣੇਗਾ? ਵਿਦਿਆਰਥੀਆਂ ਦੀਆਂ ਲੋੜਾਂ ਅਨੁਸਾਰ ਉਹਨਾਂ ਦੀ ਪਹੁੰਚ ਨੂੰ ਅਨੁਕੂਲ ਬਣਾਓ। ਅੱਗੇ ਗੱਲ ਕਰਦੇ ਹਾਂ। ਅਧਿਆਪਨ ਸਿਖਲਾਈ ਪ੍ਰਕਿਰਿਆ ਦੌਰਾਨ ਅਧਿਆਪਕ ਵਿਦਿਆਰਥੀਆਂ ਵਿੱਚ ਪ੍ਰੇਰਨਾ ਕਿਵੇਂ ਪੈਦਾ ਕਰ ਸਕਦਾ ਹੈ? ਯਾਨੀ ਕਿ ਟੀਚਿੰਗ ਲਰਨਿੰਗ ਪ੍ਰੋਸੈਸ ਹੋ ਰਿਹਾ ਹੈ ਅਤੇ ਉਹਦੇ ਵਿੱਚ ਟੀਚਰ ਨੇ ਕੀ ਕਰਨਾ ਹੈ? ਬੱਚਿਆਂ ਨੂੰ ਮੋਟੀਵੇਟ ਕਰਨਾ ਹੈ। ਕਿਵੇਂ ਮੋਟੀਵੇਟ ਕਰੇਗਾ? ਕਹਿੰਦੇ ਪ੍ਰੋਵਾਈਡ ਰਿਵਾਰਡਸ ਓਨਲੀ ਹਾਈ ਪਰਫੋਰਮੈਂਸ ਸਟੂਡੈਂਟ। ਸਿਰਫ ਉਹਨਾਂ ਬੱਚਿਆਂ ਨੂੰ ਜਿਹੜਾ ਨਾ ਰਿਵਾਰਡ ਦਿਓ ਜਿਹੜੇ ਬੱਚੇ ਵਧੀਆ ਨੰਬਰ ਲੈਂਦੇ ਆ। ਨਹੀਂ, ਸਿਰਫ ਉਹਨਾਂ ਬੱਚਿਆਂ ਨੂੰ ਨਹੀਂ ਦੇਣਾ। ਫਿਰ ਉਹ ਕਹਿੰਦੇ ਡੈਮੋਨਸਟ੍ਰੇਟ ਦਾ ਰੈਲੀਵੈਂਸ ਆਫ ਮਟੀਰੀਅਲ ਆਫ ਰੀਅਲ ਲਾਈਫ ਸਿਚੁਏਸ਼ਨ। ਬਿਲਕੁਲ, ਜਿਹੜੀ ਅਸਲ ਜੀਵਨ ਦੇ ਵਿੱਚ ਦਿੱਤੀ ਹੋਈ ਸਮੱਗਰੀ ਹੈ ਨਾ, ਉਹਨੂੰ ਇਨਕਲੂਡ ਕੀਤਾ ਜਾਏ ਤਾਂ ਕਿ ਬੱਚਿਆਂ ਨੂੰ ਉੱਥੋਂ ਮੋਟੀਵੇਸ਼ਨ ਮਿਲ ਸਕੇ। ਫਿਰ ਕਹਿੰਦੇ ਅਵੋਇਡ ਐਨੀ ਪੋਜ਼ੀਟਿਵ ਰੀਇਨਫੋਰਸਮੈਂਟ। ਕਹਿੰਦੇ ਜੇਕਰ ਮੰਨ ਲਓ ਕੋਈ ਪੋਜ਼ੀਟਿਵ ਰੀਇਨਫੋਰਸਮੈਂਟ ਮਿਲਦੀ ਵੀ ਹੈ ਨਾ, ਜਾਂ ਪੋਜ਼ੀਟਿਵ ਕੋਈ ਐਸਪੈਕਟਸ ਮਿਲ ਰਿਹਾ ਤਾਂ ਉਹਨੂੰ ਅਵੋਇਡ ਕਰ ਦਿਓ। ਨਹੀਂ, ਅਵੋਇਡ ਨਹੀਂ ਕਰਨਾ, ਸਗੋਂ ਉਹਨੂੰ ਤਾਂ ਗ੍ਰਾਸਪ ਕਰਨਾ ਹੈ। ਫਿਰ ਕਹਿੰਦੇ ਡਿਸਕਰੇਜ ਸਟੂਡੈਂਟ ਫਰੋਮ ਦਾ ਪਾਰਟਿਸਿਪੇਟਿੰਗ ਇਨ ਦਾ ਡਿਸਕਸ਼ਨ। ਬੱਚਿਆਂ ਨੂੰ ਜਿਹੜਾ ਨਾ ਨਿਰਾਸ਼ ਕਰ ਦਿਓ ਕਿ ਉਹ ਵਿਚਾਰ ਵਟਾਂਦਰੇ ਵਿੱਚ ਹਿੱਸਾ ਨਾ ਲੈਣ। ਨਹੀਂ, ਸਗੋਂ ਆਪਾਂ ਤਾਂ ਉਹਨਾਂ ਨੂੰ ਕੀ ਕਰਨਾ? ਮੋਟੀਵੇਟ ਕਰਨਾ ਹੈ ਕਿ ਵੀ ਉਹ ਵਿਚਾਰ ਵਟਾਂਦਰੇ ਦੇ ਵਿੱਚ ਕੀ ਕਰਨ? ਹਿੱਸਾ ਲੈਣ। ਤਾਂ ਆਪਸ਼ਨ ਡੀ ਵੀ ਕੀ ਹੋ ਜਾਏਗੀ? ਗਲਤ ਹੋ ਜਾਏਗੀ। ਆਪਸ਼ਨ ਬੀ ਸਹੀ ਹੋਏਗਾ। ਅੱਗੇ ਗੱਲ ਕਰਦੇ ਹਾਂ। which of the following play an important role in modern education can enhance the teaching learning process? ਕਹਿੰਦੇ ਹੇਠ ਦਿੱਤੀਆਂ ਵਿੱਚੋਂ ਕਿਹੜੀ ਆਧੁਨਿਕ ਸਿੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਜਿਹਦੇ ਨਾਲ ਅਧਿਆਪਨ ਸਿੱਖਣ ਪ੍ਰਕਿਰਿਆ ਨੂੰ ਵਧਾਇਆ ਜਾ ਸਕੇ? ਕਹਿੰਦੇ ਟੈਕਨੋਲੋਜੀ ਸਾਧਨਾਂ ਅਤੇ ਸਰੋਤਾਂ ਦਾ ਏਕੀਕਰਨ ਕਰਨਾ। ਕਹਿੰਦੇ ਜਿਹੜੇ ਸਾਡੇ ਕੋਲ ਰਿਸੋਰਸ ਨੇ ਅਤੇ ਜਿਹੜੀ ਸਾਡੇ ਕੋਲ ਟੈਕਨੋਲੋਜੀ ਹੈ ਉਹਨੂੰ ਕੀ ਕਰ ਦਿਓ? ਇਕੱਠਾ ਕਰ ਦਿਓ। ਬਿਲਕੁਲ, ਇਹਨਾਂ ਦੋਨਾਂ ਨੂੰ ਜੋੜ ਦਾਂਗੇ ਤਾਂ ਆਪਣੀ ਜਿਹੜੀ ਟੀਚਿੰਗ ਲਰਨਿੰਗ ਪ੍ਰੋਸੈਸ ਹੈ ਉਹ ਕੀ ਹੋ ਜਾਏਗੀ? ਬਹੁਤ ਵਧੀਆ ਹੋ ਜਾਏਗੀ। ਅਗਲੀਆਂ ਆਪਸ਼ਨਸ ਵੇਖ ਲੈਂਦੇ ਹਾਂ। ਕਹਿੰਦੇ ਸਟ੍ਰਿਕਟ ਅਡਰੈਂਸ
टू द ट्रेडिशनल टीचिंग मैथड, कहते मतलब रिवायती ढंग सख्ती वाले ढंग ਨੂੰ यूज़ करो, नहीं इन्हां ਨੂੰ यूज़ नहीं कर सकते। फिर कहते ग्रुप एक्टिविटी ਨੂੰ ख़त्म कर दो, ग्रुप एक्टिविटी तो सगों आपां इन्वॉल्व करनी होंदी है। अगे गल करते हैं, कहते रिलेइंग स्लोली ऑन द टैक्सट बुक, कहते सिर्फ पाठ पुस्तक तक भरोसा रखो, ज़्यादा अगे वधन की जरूरत नहीं। नहीं, पाठ पुस्तक तो इलावा आपां होर बहुत सारी जिहड़ियां चीज़ां ने उन्होंने भी इनकलूड करना हुंदा है। तो इहदे विच ऑप्शन नंबर ए की होएगी, करैक्ट होएगी। अगे चलते हाँ, प्रतिबिंब अध्यापन सिखलाई प्रक्रिया का एक महत्वपूर्ण पहलू है, क्यों? कहते वाई रिफ्लैक्शन इज़ इंपॉर्टेंट आसपैक्ट ऑफ द टीचिंग लर्निंग प्रोग्रैस, कहते भी जो रिफ्लैक्ट करता है, रिफ्लैक्शन होती है, तो क्यों इंपॉर्टेंट आसपैक्ट है। कहते ये जोड़ा कीमती समा बर्बाद कर देंदा है, नहीं जे कीमती समा बर्बाद करता तो फिर इंपॉर्टेंट क्यों है ना। फिर कहते ये अध्यापक नूं उन्हां दियां हदायतां दे तरीकिਆਂ ਦਾ ਮੁਲਾਂਕਣ ਕਰਨ ਅਤੇ सुधार करन दी आग्या दिंदा है। हाँ, क्योंकि ਇਹਦੇ ਨਾਲ ਕੀ ਹੁੰਦਾ ਹੈ, टीचर ਦੇ ਜਿਹੜੇ तरीके ने उन्होंने ये सॉर्ट आउट करता है, असैस करता है, तो फिर जे उहदे च कुछ इंप्रूवमेंट करने की जरूरत है वो भी करवाता है। ठीक है, फिर ਜਿਹੜੇ नैगेटिव पॉइंट्स ने वो तो आप छੱਡ ही देंगे। ठीक है जी। अगे गल करते हाँ, सिक्ख्यक ਅਤੇ विद्यक संस्थावां अध्यापन सिक्ख्या प्रक्रिया ਨੂੰ ਕਿਵੇਂ लगातार बेहतर बनाउण ਲਈ ਕੀ करना चाहिए, यानी कि ਜਿਹੜੀਆਂ ਸਿੱਖਿਅਕ ਸੰਸਥਾਵਾਂ ਨੇ, एजुकेशनल इंस्टीट्यूशन ने उन्होंने सिੱਖਣ प्रक्रिया ਕਿਵੇਂ ਜਿਹੜੀ ਹੈ ਵਧੀਆ ਬਣਾਉਣੀ ਚਾਹੀਦੀ ਹੈ। फिर कहते सदियां पुरानी अध्यापन तकनीकां ਨਾਲ जुड़े रहो ਅਤੇ नवीनता ਨੂੰ नज़रअंदाज करते रहो। कहते पुराना ਜਿਹੜਾ तरीका ना सिर्फ ਉਹਨੂੰ यूज़ करी चलो, नवीਆਂ ਨੂੰ ਛੱਡ दो, नहीं ਐਵੇਂ ਤਾਂ नहीं हो सकता। फिर कहते सिੱਖਿਆ ਵਿੱਚ खोज ਅਤੇ ਵਧੀਆ ਅਭਿਆਸਾਂ ਨੂੰ जारी रखो। हाँ, ये हो सकता है कि भी आप जिन्नियां नवीं रिसर्चिज ने उन्होंने जारी रखिए। फिर कहते योजना बनाने तो परहेज करो, स्वै चलित सिक्ख्या ते बने रहो। कहते जी ना कोई भी प्री प्लैनिंग ना करो, तो प्री प्लैनिंग तो बिना तो कोई गति हो ही नहीं सकती, ये भी ऑप्शन कटनी पएगी। फिर कहते विद्यार्थियों को पाठक्रम तो बाहर दी गतिविधियां विच शामिल होने तो मना कर दो, नहीं सगों तो उन्होंने ऐड करवाना आप उहदे विच, तां ऑप्शन नंबर बी की होएगा, सही होएगा। अगे चलते हाँ, अध्यापन सिक्ख्या प्रक्रिया का उद्देश्य सिक्ख्यार्थियों द्वारा डैश प्राप्तियों को सहूलत देना है, यानी कि टीचिंग लर्निंग प्रोसैस का एम की है कि फैसिलिटेट द एक्विजिशन ऑफ डैश बाय लर्नर। लर्नर किहड़ियां चीज़ों को सीखे, लर्नर स्किल्स सीखे, एटीट्यूड सीखे तो वैल्यू सीखे। सिर्फ ज्ञान सिखाना साडा मोटिव नहीं है, सिर्फ नॉलेज ते स्किल सिखाना मोटिव नहीं है, सिर्फ स्किल ते एटीट्यूड सिखाना मोटिव नहीं है। तीनों चीज़ां सिखानियां सी, स्किल्स भी सिखाने ने, एटीट्यूड भी सिखानी है, तो वैल्यूज़ भी सिखानी है। तो ये आप 10 क्वेश्चन कवर कर दिते ने, 8 क्वेश्चन तुहाडे लई मैं इस पीपीटी दे विच रखे है, तो इन्हों तुसीं अपने आप करना है। पीपीटी तुहानूं नीचे दिते गए डिस्क्रिप्शन बॉक्स दे विच WhatsApp ग्रुप्स ने, तुसीं उन्हां दे विच जुड़ सकते हो, उत्थों तुहानूं पीपीटी अवेलेबल हो जाएगी। टैलीग्राम ग्रुप दे विच भी तुहानूं पीपीटी मिल जाएगी, जिथों तुसीं इन्हां नूं कवर कर सकते हो। उम्मीद करती हाँ थानू चीज़ां जिहड़ियां समझ आईयां होणगियां। कोई डाउट होएगा तो तुसीं नीचे दिते गए नंबर पर मैसेज करके या फिर ग्रुप दे विच मैसेज करके पूछ सकते हो। तो मिलते हाँ आपां नैक्सट वीडियो दे नाल। थैंक यू सो मच।